लिशकदियां अखां, मासूम मुस्कानां, रंगीन खिडौणिਆਂ ਨਾਲ ਖੇਡਦੇ ਨਿੱਕੇ ਨਿੱਕੇ ਹੱਥ। ਤੇ ਫਿਜ਼ਾ ਵਿੱਚ ਗੂੰਜਦੇ ਇਹਨਾਂ ਬੋਲਾਂ ਵਿੱਚ ਸੁਪਨਿਆਂ ਨੂੰ ਸੱਚ ਕਰ ਦੇਣ ਵਾਲੀਆਂ ਸੈਂਕੜੇ ਆਵਾਜ਼ਾਂ ਵੀ ਸ਼ਾਮਿਲ ਨੇ। पर ये सब कुछ होर भी हो सकता सी। रंगां विच रचे ये मासूम हथ सड़कां तो कूड़ा चुकदे, भीख मंगदे जां निक्के निक्के जुर्मां विच गलतान हो सकते सन। सहज ते साधारण होना कुदरत दी नेमत है। शीरो लकवे तो पीड़ित सी। जदों ਉਹ सिर्फ 3 ਵਰਿਆਂ ਦੀ ਸੀ ਤਾਂ ਉਸ ਨੂੰ ਕੋਈ ਸੜਕਾਂ ਤੇ ਛੱਡ ਗਿਆ ਸੀ। मेरा नाम मनजीत कौर है। मैं 3 साल ਦੀ ਪਿੰਗਲਵਾੜੇ ਵਿੱਚ ਆਈ ਹਾਂ। ਅੱਜ 20 ਸਾਲਾਂ ਮਗਰੋਂ ਉਹ ਆਪਣੇ ਵਰਗੀਆਂ ਹੋਰ ਲਾਵਾਰਿਸ ਰੂਹਾਂ ਨੂੰ ਜ਼ਿੰਦਗੀ ਦੇ ਨਵੇਂ ਮਾਇਨੇ ਸਿਖਾ ਰਹੀ ਹੈ। ਦੀਪ ਚੰਦ ਬਿਹਾਰ ਤੋਂ ਰੋਜ਼ੀ ਰੋਟੀ ਲਈ ਪੰਜਾਬ ਆਇਆ ਇਹ ਮਜ਼ਦੂਰ ਇੱਕ ਹਾਦਸੇ ਵਿੱਚ ਖੌਲ ਦੇ ਤੇਲ ਵਿੱਚ ਡਿੱਗ ਕੇ बुरी तरह झुलस गया सी। इसने सड़क दे किनारे मारी जाना सी जे कोई इसनूं चुक के पिंगलवाड़े न छड्ड आउंदा। हुण तंदुरुस्त होके मुड़ मेहनत कश बनन जा रहा है। आप लोग अगर पिंगलवाड़ी नहीं बनाता हम थोड़ी बसता। रब करे इसनूं पिंगलवाड़े दी फेर कदे लोड़ ना पवे। 9 ਵਰਿਆਂ ਦੀ ਗੂੰਗੀ ਬੋਲੀ ਕਮਲਜੀਤ ਵੀ ਲਾਵਾਰਿਸ ਸੀ। ਪਰ ਅੱਜ 8 ਵਰਿਆਂ ਬਾਅਦ ਉਹ ਭਾਰਤੀ ਨ੍ਰਿਤ ਕਲਾ ਦੀ ਨਿਪੁੰਨ ਕਲਾਕਾਰ ਹੈ। ਕਮਲਜੀਤ ਉਹ ਸੰਗੀਤ ਤੇ ਥਿਰਕ ਰਹੀ ਹੈ ਜੋ ਉਹ ਕਦੇ ਸੁਣ ਹੀ ਨਹੀਂ ਸਕਦੀ। ਸ਼ਾਮ ਸਿੰਘ ਇੱਕ ਗੂੰਗਾ ਬੋਲਾ ਬੱਚਾ ਸੀ। बचपन विच उसने कदे सोचिया भी नहीं होना कि वो वड्डा होके एक कामयाब कारीगर बनेगा। पिंगलवाड़े आके उसने कारपेंटरी दा कोर्स पास किया ते हुण जिंदगी विच कुछ कर दिखाउण लई बहुत बेताब है। ये अलौकिक परिवर्तन एक ऐसी शख्सियत करके संभव होया जिसनूं लोग भगत पूरन सिंह जी दे नाम नाल जानते हैं। उन्हां द्वारा स्थापित कीती पिंगलवाड़ा संस्था सड़कां ते रुल रहे रब दे जियां नूं चुक के उन्हां दा गुआचिया बचपन फिर उन्हां नूं मोड़ रही है। पिंगलवाड़े विच लावारिस बच्चे ही नहीं, सैकड़े मानसिक रोगी, लाचार, बीमार, खतरनाक हादसियां दे शिकार सब इक्को छत हेठ भगत पूरन सिंह जी दे विश्वव्यापी घर पिंगलवाड़े विच रह रहे ने। इस महान कारज वल तुरन ते इस नूं सफल बनाउण लई भगत जी नूं शक्ति, प्रेरणा, सेध ते रोशनी श्री गुरु ग्रंथ साहिब जी तो प्राप्त हुई। श्री गुरु ग्रंथ साहिब तो अज भी लखां करोड़ां लोग रूहानी चानण ते जीवन जाच प्राप्त कर रहे ने। सब संसार सुख नाम बिन
सन 1705 ਵਿੱਚ ਜਦੋਂ ਮੁਗਲ ਤੇ ਸਿੱਖ ਫੌਜਾਂ ਦਰਮਿਆਨ ਯੁੱਧ ਹੋ ਰਹੇ ਸਨ ਤਾਂ ਭਾਈ ਕਨ੍ਹਈਆ ਜੀ ਨੇ ਦੋਹਾਂ ਧਿਰਾਂ ਦੇ ਜ਼ਖਮੀਆਂ ਨੂੰ ਪਾਣੀ ਪਿਆ ਕੇ ਇੱਕ ਨਵੀਂ ਬਿਰਤ ਪਾਈ। ਸਿੱਖਾਂ ਨੇ ਗੁਰੂ ਜੀ ਕੋਲ ਇਸ ਦੀ ਸ਼ਿਕਾਇਤ ਕੀਤੀ, ਪਰ ਗੁਰੂ ਜੀ ਨੇ ਉਸ ਨੂੰ ਰੋਕਣ ਦੀ ਥਾਂ ਇਸ ਕਾਰਜ ਨੂੰ ਜਾਰੀ ਰੱਖਣ ਦੀ ਹਦਾਇਤ ਦਿੱਤੀ। ਭਗਤ ਪੂਰਨ ਸਿੰਘ ਜੀ ਨੇ ਭਾਈ ਕਨ੍ਹਈਆ ਜੀ ਦੀ ਲਾਸਾਨੀ ਪਰੰਪਰਾ ਤੇ ਤੁਰਦਿਆਂ ਦੁਖਿਆਰੀ ਮਨੁੱਖਤਾ ਦੀ ਨਿਸ਼ਕਾਮ ਸੇਵਾ ਕਰਨ ਦੀ ਪਰੰਪਰਾ ਨੂੰ ਅਗਾਂਹ ਤੋਰਿਆ। ਸੰਨ 1934 ਵਿੱਚ ਇੱਕ ਅਪਾਹਜ ਬੱਚੇ ਨੇ ਭਗਤ ਜੀ ਦੀ ਜ਼ਿੰਦਗੀ ਵਿੱਚ ਇੱਕ ਅਨੋਖਾ ਮੋੜ ਲੈ ਆਂਦਾ। ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੇ ਦਰਾਂ ਤੇ ਕੋਈ ਇਸ ਅਪਾਹਜ ਬੱਚੇ ਨੂੰ ਬੇਆਸਰਾ ਛੱਡ ਗਿਆ ਸੀ। ਬੱਚੇ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਭਗਤ ਜੀ ਨੂੰ ਸੌਂਪੀ ਗਈ। ਲਾਵਾਰਿਸ, ਅਣਜਾਣ ਤੇ ਅਪਾਹਜ ਬੱਚੇ ਨੂੰ ਭਗਤ ਜੀ ਨੇ ਪਿਆਰਾ ਕਹਿ ਕੇ ਆਪਣੇ ਗਲ ਦੇ ਨਾਲ ਲਾ ਲਿਆ ਤੇ ਅਗਲੇ 14 ਵਰੇ ਉਸ ਨੂੰ ਪਿੱਠ ਤੇ ਚੁੱਕੀ ਰੱਖਿਆ। ਪਿਆਰਾ ਉਹਨਾਂ ਦਾ ਸਾਥੀ ਤੇ ਦੀਨ ਦੁਖੀਆਂ ਦੀ ਮਦਦ ਕਰਨ ਲਈ ਉਹਨਾਂ ਦਾ ਪ੍ਰੇਰਣਾ ਦਾ ਸੋਮਾ ਬਣ ਗਿਆ ਤੇ ਇਸੇ ਰਿਸ਼ਤੇ ਸਦਕਾ ਉਹਨਾਂ ਨੇ ਦੀਨ ਦੁਖੀਆਂ, ਬੇਸਹਾਰਾ ਤੇ ਲੋੜਵੰਦਾਂ ਲਈ ਪਿੰਗਲਵਾੜੇ ਦੀ ਨੀਂਹ ਰੱਖੀ। ਉਹ ਅਕਸਰ ਕਿਹਾ ਕਰਦੇ ਸਨ, ਜੇ ਮੇਰੀ ਜ਼ਿੰਦਗੀ ਵਿੱਚ ਪਿਆਰਾ ਨਾ ਆਉਂਦਾ ਤਾਂ ਮੈਨੂੰ ਪਿੰਗਲਵਾੜੇ ਦੀ ਕਲਪਨਾ ਵੀ ਨਹੀਂ ਸੀ ਹੋਣੀ। ਨਾ ਮੈਨੂੰ ਮਾਨਵਤਾ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਤੇ ਨਾ ਪਿੰਗਲਵਾੜੇ ਦੀ ਸਥਾਪਨਾ ਹੁੰਦੀ। ਸੰਨ 1947 ਵਿੱਚ ਦੇਸ਼ ਦੀ ਬਹੁਤ ਹੀ ਖੌਫਨਾਕ ਵੰਡ ਸਮੇਂ ਭਗਤ ਪੂਰਨ ਸਿੰਘ ਆਪਣੇ ਮੋਢਿਆਂ ਤੇ ਅਪਾਹਜ ਪਿਆਰੇ ਸਰਹੱਦ ਪਾਰ ਕਰਕੇ ਪੰਜਾਬ ਖਾਲਸਾ ਕਾਲਜ ਅੰਮ੍ਰਿਤਸਰ ਦੇ ਰੈਫਿਊਜੀ ਕੈਂਪ ਵਿੱਚ ਆਏ। ਸੜਕਾਂ ਤੇ ਸੈਂਕੜੇ ਬਿਮਾਰ ਤੇ ਲਾਚਾਰ ਲੋਕਾਂ ਦੀਆਂ ਕਤਾਰਾਂ ਵੇਖ ਕੇ ਉਹਨਾਂ ਅੰਦਰ ਬੇਘਰਿਆਂ ਲਈ ਘਰ ਬਣਾਉਣ ਦਾ ਵਲਵਲਾ ਬਹੁਤ ਹੀ ਬੇਬਲ ਹੋ ਉੱਠਿਆ। ਪਰ ਇਹਨਾਂ ਸੁਪਨਿਆਂ ਨੂੰ ਸੱਚ ਕਰਨ ਲਈ ਉਹਨਾਂ ਕੋਲ ਸੀ ਦ੍ਰਿੜ ਵਿਸ਼ਵਾਸ, ਭੀਖ ਲਈ ਬਾਟਾ, ਮਾਂ ਦੀਆਂ ਅਸੀਸਾਂ ਤੇ ਪਵਿੱਤਰ ਗੁਰਦੁਆਰਿਆਂ ਦੀ ਓਟ। ਪਿੰਗਲਵਾੜਾ ਬਣਾਉਣ ਦੇ ਰਾਹ ਵਿੱਚ ਔਕੜਾਂ ਹੀ ਔਕੜਾਂ ਸਨ। ਰੁਪਏ ਪੈਸੇ ਦੀ ਕਮੀ, ਨਾ ਛੱਤ ਨਾ ਠਿਕਾਣਾ ਤੇ ਲਾਚਾਰ ਲੋਕਾਂ ਲਈ ਦਵਾਈਆਂ ਤੱਕ ਹੀ, ਰੋਟੀ ਪਾਣੀ ਦਾ ਵੀ ਪ੍ਰਬੰਧ ਨਹੀਂ ਸੀ। ਕਿਸੇ ਪਾਸਿਓਂ ਕੋਈ ਵੀ ਮਦਦ ਨਹੀਂ ਸੀ ਮਿਲ ਰਹੀ। ਪਰ ਭਗਤ ਜੀ ਇਹਨਾਂ ਮੁਸ਼ਕਿਲਾਂ ਤੋਂ ਬੇਪਰਵਾਹ ਹੋ ਕੇ ਮਰਨ ਕਿਨਾਰੇ ਛੂਤ ਦੇ ਰੋਗਾਂ ਤੋਂ ਪੀੜਿਤ ਰੱਬ ਦੇ ਜੀਆਂ ਨੂੰ ਜਿੱਥੇ ਮਿਲੇ ਜਿਵੇਂ ਮਿਲੇ ਇੱਕ ਇੱਕ ਕਰਕੇ ਇਕੱਠਿਆਂ ਕਰੀ ਗਏ। ਦਿਨ ਬ ਦਿਨ ਮਰੀਜ਼ਾਂ ਦੀ ਗਿਣਤੀ ਵੱਧਦੀ ਹੀ ਗਈ। ਉਹ ਇਕੱਲੇ ਦਿਨ ਰਾਤ ਇਹਨਾਂ ਲਾਵਾਰਿਸ ਲਾਚਾਰ ਰੂਹਾਂ ਲਈ ਭਿਖਾਰੀਆਂ ਵਾਂਗ ਪੈਸੇ ਲਈ ਬਾਟਾ ਲੈ ਕੇ ਦਰ ਬਦਰ ਭਟਕਦੇ ਰਹੇ। ਭੁੱਖਿਆਂ ਨੂੰ ਰੋਟੀ ਖਵਾ, ਨੁਹਾ ਧੁਆ, ਉਹਨਾਂ ਨੂੰ ਇਲਾਜ ਲਈ ਰੇੜੀਆਂ ਤੇ ਪਾ ਹਸਪਤਾਲਾਂ ਵਿੱਚ ਲੈ ਜਾਂਦੇ ਰਹੇ। ਆਪਣੀ ਸੁੱਧ ਬੁੱਧ ਸੁੱਖ ਆਰਾਮ ਸਭ ਰੱਬ ਦੇ ਜੀਆਂ ਖਾਤਰ ਭੁੱਲ ਚੁੱਕੇ ਸਨ। ਭਗਤ ਪੂਰਨ ਸਿੰਘ ਜੀ ਦੀ ਨਿਸ਼ਕਾਮ ਸੇਵਾ ਨੂੰ ਯਾਦ ਕਰਦਿਆਂ ਉਹਨਾਂ ਨੂੰ ਰਾਜ ਤੇ ਰਾਸ਼ਟਰੀ ਪੁਰਸਕਾਰਾਂ ਨਾਲ ਵੀ ਨਿਵਾਜ਼ਿਆ ਗਿਆ। ਸੇਵਾ ਭਾਵ ਦੇ ਵਿੱਚ ਜੁਟ ਕੇ ਪਿੰਗਲਵਾੜਾ ਦੇ ਮਹਾਨ ਸੰਸਥਾ ਦੇ ਕੰਮਾਂ ਨੂੰ ਹੋਰ ਵੀ ਵਧਾਇਆ ਜਾਏ, ਜਿਸ ਦੇ ਨਾਲ ਗੁਰੂ ਮਹਾਰਾਜ ਦਾ ਜੋ ਮੈਸੇਜ ਹੈ ਉਹ भारत के कोने कोने तक पहुंच सके। ਭਾਰਤ ਸਰਕਾਰ ਨੇ ਉਹਨਾਂ ਦੇ ਮਾਣ ਸਤਿਕਾਰ ਵਿੱਚ ਉਹਨਾਂ ਦੇ ਜਨਮ ਸ਼ਤਾਬਦੀ ਸਮਾਰੋਹ ਸਮੇਂ ਸੰਨ 2004 ਵਿੱਚ ਇੱਕ ਡਾਕ ਟਿਕਟ ਵੀ ਜਾਰੀ ਕੀਤੀ। ਇੱਕ ਵਿਅਕਤੀ ਤੋਂ ਸਮਾਜ ਦੇ ਸੰਕਲਪ ਦੀ ਕਲਪਨਾ ਕਰਦਿਆਂ ਉਹਨਾਂ ਦਰਪੇਸ਼ ਸਮੱਸਿਆਵਾਂ ਜਿਵੇਂ ਪਾਣੀ ਦੀ ਦੁਰਵਰਤੋਂ, ਮੋਟਰ ਗੱਡੀਆਂ ਤੇ ਪੈਟਰੋਲੀਅਮ ਵਸਤੂਆਂ ਦੇ ਪ੍ਰਦੂਸ਼ਣ, ਜਨਸੰਖਿਆ ਦੇ ਵਿਸਫੋਟ ਵਰਗੀਆਂ ਵਿਸ਼ਿਆਂ ਤੇ ਪ੍ਰਸਿੱਧ ਵਿਦਵਾਨਾਂ ਦੇ ਲੇਖਾਂ ਨੂੰ ਅਤੇ ਆਪਣੇ ਵਿਚਾਰਾਂ ਨੂੰ ਕਿਤਾਬਚਿਆਂ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਕੇ ਘਰ ਘਰ ਵੰਡਿਆ।
ਬੇਸਹਾਰਾ, ਲਾਚਾਰ ਤੇ ਅਪਾਹਜ ਲੋਕਾਂ ਦੀ ਸੇਵਾ ਸੰਭਾਲ ਦਾ ਜ਼ਿੰਮਾ ਬਹੁਤ ਹੀ ਕਠਿਨ ਤੇ ਔਖੜਾ ਭਰਿਆ ਹੈ। ਭਗਤ ਪੂਰਨ ਸਿੰਘ ਜੀ ਨੇ ਪਿੰਗਲਵਾੜੇ ਦੀ ਵਾਗਡੋਰ ਸਨ 1992 ਵਿੱਚ ਡਾਕਟਰ ਇੰਦਰਜੀਤ ਕੌਰ ਜੀ ਦੇ ਹੱਥਾਂ ਵਿੱਚ ਸੌਂਪ ਦਿੱਤੀ। ਡਾਕਟਰੀ ਸਹੂਲਤਾਂ, ਸਿਹਤ ਸੰਭਾਲ, ਵਿਦਿਆ ਅਤੇ ਪ੍ਰਚਾਰ ਲਈ ਪਿੰਗਲਵਾੜੇ ਵਿੱਚ ਪਰਿਵਰਤਨ ਤੇ ਵਿਸਤਾਰ ਲਗਾਤਾਰ ਹੋ ਰਿਹਾ ਹੈ। ਸੰਨ 2004 ਵਿੱਚ ਬਾਰਸੀਲੋਨਾ, ਸਪੇਨ ਵਿਖੇ ਹੋ ਰਹੇ ਸਰਬ ਧਰਮਾਂ ਦੇ ਸਾਂਝੇ ਸਮਾਗਮ ਵਿੱਚ ਪਿੰਗਲਵਾੜਾ ਨੂੰ ਸ਼ਾਮਿਲ ਹੋਣ ਦਾ ਸੱਦਾ ਪੱਤਰ ਮਿਲਿਆ। ਡਾਕਟਰ ਇੰਦਰਜੀਤ ਕੌਰ ਨੇ ਆਪਣੇ ਸਹਿਯੋਗੀਆਂ ਦੇ ਨਾਲ ਇਸ ਵਿਸ਼ਵ ਸੰਮੇਲਨ ਵਿੱਚ ਹਿੱਸਾ ਲੈ ਕੇ ਦੂਜੇ ਮੁਲਕਾਂ ਦੀਆਂ ਸ਼ਖਸੀਅਤਾਂ ਨਾਲ ਸਮਾਜਿਕ, ਸਦਾਚਾਰਕ ਤੇ ਮਾਨਵੀ ਵਿਸ਼ਿਆਂ ਉੱਪਰ ਵਿਚਾਰ ਵਟਾਂਦਰਾ ਕੀਤਾ। ਇੱਥੋਂ ਪ੍ਰਾਪਤ ਜਾਣਕਾਰੀ, ਸਹਿਯੋਗ ਅਤੇ ਵਿਚਾਰ ਚਰਚਾ ਪਿੰਗਲਵਾੜੇ ਲਈ ਬਹੁਤ ਸਹਾਈ ਸਿੱਧ ਹੋਈ। ਅੱਜ ਸੰਨ 2007 ਵਿੱਚ ਪਿੰਗਲਵਾੜਾ 1200 ਤੋਂ ਵੱਧ ਲੋੜਵੰਦਾਂ ਦੀ ਸਹਾਇਤਾ ਕਰ ਰਿਹਾ ਹੈ। ਇਸ ਦੀਆਂ 6 ਪ੍ਰਮੁੱਖ ਬ੍ਰਾਂਚਾਂ ਅੰਮ੍ਰਿਤਸਰ, ਚੰਡੀਗੜ੍ਹ, ਸੰਗਰੂਰ, ਗੋਇੰਦਵਾਲ, ਪੰਡੋਰੀ ਤੇ ਜਲੰਧਰ